प्यारे बच्चों, 8वीं क्लास। आज असी पढ़ांगे पाठ 3 बुद्धिमान बालक ਦਾ ਹਿੱਸਾ 2। ਪਹਿਲਾ ਹਿੱਸਾ ਅਸੀਂ ਪੜ੍ਹ ਚੁੱਕੇ ਨੇ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਬਿਰਬਲ ਨੇ ਨੂੰ ਰਾਹ ਵਿੱਚ ਇੱਕ ਬੱਚਾ ਮਿਲ ਗਿਆ ਸੀ, ਜਿਹਨੂੰ ਬਿਰਬਲ ਆਪਣੇ ਘਰ ਲੈ ਗਿਆ ਸੀ, ਜਿਹਦੀ ਉਹਨੇ ਆਪਣੇ ਬੱਚਿਆਂ ਵਾਂਗ ਦੇਖਭਾਲ ਕੀਤੀ। ਅਤੇ ਉਸ ਬੱਚੇ ਨੇ ਬਿਰਬਲ ਦੇ ਇੱਕ ਪ੍ਰਸ਼ਨ ਦਾ ਉੱਤਰ ਵੀ ਦੱਸਿਆ। ਜਦੋਂ ਬਿਰਬਲ ਨੂੰ ਇਹ ਜਾਣਨਾ ਸੀ ਕਿ ਰਾਜਾ ਦਾ ਪ੍ਰਸ਼ਨ ਸੀ ਕਿ ਸੰਸਾਰ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ, ਅਤੇ ਬਿਰਬਲ ਇਸ ਦਾ ਉੱਤਰ ਨਾ ਸੋਚ ਸਕਿਆ ਸੀ, ਤਾਂ ਬੱਚੇ ਨੇ ਉਸ ਨੂੰ ਜਵਾਬ ਦੱਸਿਆ ਸੀ ਵੀ ਬੁੱਧੀ ਜਿਹੜੀ ਹੈ ਉਹ ਸਭ ਤੋਂ ਵੱਡੀ ਚੀਜ਼ ਹੈ, ਕਿਉਂਕਿ ਬੁੱਧੀ ਨਾਲ ਹੀ ਵੱਡੇ ਤੋਂ ਵੱਡੇ ਕੰਮ ਕੀਤੇ ਜਾਂਦੇ ਹਨ। ਅੱਜ ਅਸੀਂ ਅਗਲਾ ਪ੍ਰਸ਼ਨ ਸੀ ਰਾਜਾ ਦਾ ਕਿ ਬੁੱਧੀ ਦਾ ਭੋਜਨ ਕੀ ਹੈ। ਅੱਜ ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ। ਅਗਲੇ ਦਿਨ ਬਿਰਬਲ ਨੇ ਅਕਬਰ ਦੇ ਪਾਸ ਜਾ ਕੇ ਉਸ ਦੇ ਪੁੱਛੇ ਹੋਏ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਕਿ ਬੁੱਧੀ ਹੀ ਸਭ ਤੋਂ ਵੱਡੀ ਵਸਤੂ ਹੈ। ਬਾਦਸ਼ਾਹ ਬਹੁਤ ਖੁਸ਼ ਹੋਇਆ। ਉਸ ਨੇ ਤੁਰੰਤ ਇੱਕ ਹੋਰ ਪ੍ਰਸ਼ਨ ਕਰ ਦਿੱਤਾ, ਅੱਛਾ ਇਹ ਦੱਸੋ ਕਿ ਬੁੱਧੀ ਦਾ ਭੋਜਨ ਕੀ ਹੈ। ਜੇ ਇਸ ਦਾ ਉੱਤਰ 2 ਹਫ਼ਤੇ ਵਿੱਚ ਨਾ ਦਿੱਤਾ ਗਿਆ ਤਾਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਹ ਰਾਜਾ ਅਕਬਰ ਨੇ ਬਿਰਬਲ ਤੋਂ ਪੁੱਛਿਆ ਸੀ। ਕੀ ਪ੍ਰਸ਼ਨ ਸੀ? ਬੁੱਧੀ ਦਾ ਭੋਜਨ ਕੀ ਹੈ। ਬਿਰਬਲ, ਅੱਜ ਅਸੀਂ ਇੱਥੋਂ ਪੜ੍ਹਨ ਲੱਗੇ ਨੇ। ਬਿਰਬਲ ਸਾਹਮਣੇ ਫਿਰ ਸਮੱਸਿਆ ਖੜੀ ਹੋ ਗਈ। ਉਹ ਘਰ ਆ ਗਿਆ। ਬਾਲਕ ਨੇ ਬਿਰਬਲ ਨੂੰ ਉਦਾਸ ਦੇਖ ਕੇ ਸਮਝਿਆ ਕਿ ਬਾਦਸ਼ਾਹ ਨੂੰ ਜਵਾਬ ਪਸੰਦ ਨਹੀਂ ਆਇਆ। ਬਾਲਕ ਦੁਖੀ ਹੋ ਕੇ ਬੋਲਿਆ, ਪਿਤਾ ਜੀ, ਕੀ ਬਾਦਸ਼ਾਹ ਨੂੰ ਉੱਤਰ ਪਸੰਦ ਨਹੀਂ ਆਇਆ, ਜਿਸ ਕਰਕੇ ਆਪ ਉਦਾਸ ਹੋ। ਬਿਰਬਲ ਨੇ ਬੱਚੇ ਨੂੰ ਬਾਦਸ਼ਾਹ ਦਾ ਦੂਜਾ ਪ੍ਰਸ਼ਨ ਦੱਸਿਆ। ਬੱਚੇ ਨੂੰ ਤੁਰੰਤ ਉੱਤਰ ਸੁਝਿਆ ਤੇ ਉਸ ਨੇ ਬਿਰਬਲ ਨੂੰ ਕਿਹਾ, ਬੁੱਧੀ ਚਿੰਤਾ ਖਾਂਦੀ ਹੈ। ਜਿਹੜੇ ਬੁੱਧੀਮਾਨ ਹੋਣ ਉਹ ਚਿੰਤਾ ਕਰਦੇ ਹਨ, ਬੁੱਧੀਹੀਨ ਲੋਕ ਨਿਸ਼ਚਿੰਤ ਰਹਿੰਦੇ ਹਨ। ਬਿਰਬਲ ਨੇ ਆਪਣੇ ਪੁੱਤਰ ਨੂੰ ਸ਼ਾਬਾਸ਼ ਦਿੱਤੀ ਅਤੇ ਬਾਦਸ਼ਾਹ ਦੇ ਪਾਸ ਜਾ ਕੇ ਦੂਜੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ। ਬਾਦਸ਼ਾਹ ਫਿਰ ਬਹੁਤ ਪ੍ਰਸੰਨ ਹੋਇਆ। ਖੁਸ਼ ਹੋ ਕੇ ਬਾਦਸ਼ਾਹ ਬੋਲਿਆ, ਚੰਗਾ, ਜਾਓ ਅਤੇ ਇਹ ਪਤਾ ਕਰੋ ਕਿ ਬੁੱਧੀ ਕੀ ਪੀਂਦੀ ਹੈ। ਬਿਰਬਲ ਫਿਰ ਫਿਕਰ 'ਚ ਪੈ ਗਿਆ। ਉਹ ਸੋਚ ਵਿੱਚ ਪੈ ਗਿਆ ਕਿ ਪਹਿਲੇ ਦੇ ਪ੍ਰਸ਼ਨ ਦੇ ਉੱਤਰ ਉਸ ਬਾਲਕ ਨੇ ਦੇ ਦਿੱਤੇ, ਪਰ ਜੇ ਉਸ ਦਾ ਉੱਤਰ ਨਾ ਦੇ ਸਕਿਆ ਤਾਂ ਫਿਰ ਕੀ ਹੋਵੇਗਾ। ਇਹੀ ਸੋਚ ਵਿਚਾਰ 'ਚ ਡੁੱਬਿਆ ਹੋਇਆ ਬਿਰਬਲ ਜਦ ਘਰ ਪਹੁੰਚਿਆ ਤਾਂ ਬਾਲਕ ਨੇ ਫਿਰ ਪੁੱਛਿਆ, ਪਿਤਾ ਜੀ, ਹੁਣ ਕੀ ਹੋਇਆ। ਬਿਰਬਲ ਨੇ ਬਾਦਸ਼ਾਹ ਦੇ ਇੱਕ ਹੋਰ ਪ੍ਰਸ਼ਨ ਬਾਰੇ ਦੱਸਿਆ ਤਾਂ ਬਾਲਕ ਬੋਲਿਆ, ਬੁੱਧੀ ਕ੍ਰੋਧ ਨੂੰ ਪੀ ਜਾਂਦੀ ਹੈ। ਬੁੱਧੀਮਾਨ ਮਨੁੱਖ ਹੀ ਕ੍ਰੋਧ ਪੀ ਸਕਦਾ ਹੈ। ਨਿਰਬੁੱਧੀ ਤਾਂ ਗੱਲ ਤੋਂ ਤੇ ਕ੍ਰੋਧਵਾਨ ਹੋ ਜਾਂਦਾ ਹੈ। ਬਿਰਬਲ ਨੇ ਇਸ ਦਾ ਉੱਤਰ ਜਾ ਕੇ ਅਕਬਰ ਨੂੰ ਦੱਸਿਆ ਤਾਂ ਉਹ ਇਹੀ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਬਿਰਬਲ ਨੂੰ ਬਹੁਤ ਸਾਰਾ ਇਨਾਮ ਵੀ ਦਿੱਤਾ। ਬਿਰਬਲ ਘਰ ਜਾਣ ਲੱਗਿਆ ਤਾਂ ਬਾਦਸ਼ਾਹ ਨੇ ਉਸ ਨੂੰ ਵਾਪਸ ਬੁਲਾ ਲਿਆ ਅਤੇ ਕਿਹਾ, ਤੂੰ ਮੇਰੇ 3 ਪ੍ਰਸ਼ਨਾਂ ਦੇ ਜਵਾਬ ਤਾਂ ਸਹੀ ਦੇ ਦਿੱਤੇ ਹਨ, ਬਸ ਇੱਕ ਆਖਰੀ ਸਵਾਲ ਦਾ ਉੱਤਰ ਵੀ ਦੇ ਕੇ ਚਲੇ ਜਾਣਾ। ਬਿਰਬਲ ਬੋਲਿਆ, ਬਾਦਸ਼ਾਹ, ਕਿਸ ਸਵਾਲ ਦਾ ਜਵਾਬ। ਅਕਬਰ ਨੇ ਸਵਾਲ ਕੀਤਾ, ਬੁੱਧੀ ਦਾ ਰੂਪ ਕੀ ਹੈ। ਬਿਰਬਲ ਨੇ ਬਾਦਸ਼ਾਹ ਨੂੰ ਕਿਹਾ, ਇਸ ਸਵਾਲ ਦਾ ਉੱਤਰ ਮੇਰਾ ਬੇਟਾ ਦੇਵੇਗਾ। ਅਗਲੇ ਦਿਨ ਬਿਰਬਲ ਆਪਣੇ ਪੁੱਤਰ ਨੂੰ ਲੈ ਕੇ ਬਾਦਸ਼ਾਹ ਦੇ ਦਰਬਾਰ ਪਹੁੰਚ ਗਿਆ। ਅਕਬਰ ਨੇ ਉਸ ਬੱਚੇ ਤੋਂ ਪੁੱਛਿਆ, ਕੀ ਤੇਰੇ ਪਾਸ ਮੇਰੇ ਸਵਾਲ ਦਾ ਜਵਾਬ ਹੈ। ਬੱਚੇ ਨੇ ਪੂਰੇ ਹੌਸਲੇ ਨਾਲ ਉੱਤਰ ਦਿੱਤਾ, ਬਾਦਸ਼ਾਹ, ਇਸ ਸਵਾਲ ਦਾ ਜਵਾਬ ਜਾਣਨ ਲਈ ਤੁਹਾਨੂੰ ਮੇਰਾ ਸ਼ਿਸ਼ ਬਣਨਾ ਪਏਗਾ।
शिष्य मतलब चेला, शिष्य। अकबर ने उस बच्चे की गल मान लई। बच्चे ने कहा, बादशाह उत्तर जानन लई आपने तखत तो हेठां आओ ते मैनू इत्थे बैठन दिओ। अकबर तुरंत गद्दी ते हेठां आ गया। बालक हसदा होया बोलिया, बादशाह हुण तां तुसी बुद्धि दा रूप देख लिया होवेगा। ਉਹ ਬਾਲਕ ਆਪਣੀ ਗੱਲ ਪੂਰੀ ਕਰਦਾ ਹੋਇਆ ਬੋਲਿਆ, ਬਾਦਸ਼ਾਹ ਕਿਸੇ ਨੂੰ ਉੱਪਰ ਚੁੱਕਣਾ ਅਤੇ ਹੇਠਾਂ ਡੇਗਣਾ ਇਹ ਸਭ ਬੁੱਧੀ ਦੀ ਹੀ ਕਰਾਮਾਤ ਹੈ। ਕਰਾਮਾਤ ਮੀਨਸ ਚਮਤਕਾਰ। ਬੁੱਧੀ ਦੇ ਬਲ ਕਰਕੇ ਮੈਂ ਰਾਜਗੱਦੀ 'ਤੇ ਬੈਠ ਗਿਆ ਅਤੇ ਆਪ ਮੇਰੀ ਥਾਂ 'ਤੇ ਖੜੇ ਹੋ। ਬਾਲਕ ਦੀ ਤੇਜ਼ ਬੁੱਧੀ 'ਤੇ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਉਸਨੂੰ ਬਹੁਤ ਸਾਰਾ ਇਨਾਮ ਦਿੱਤਾ। ਪਿਆਰੇ ਬੱਚੋ, ਇਹ ਸੀ ਤੁਹਾਡਾ ਪਾਠ ਬੁੱਧੀਮਾਨ ਬਾਲਕ। ਮੈਨੂੰ ਉਮੀਦ ਹੈ ਤੁਹਾਨੂੰ ਇਹ ਪਾਠ ਵਿੱਚ ਇਹ ਸਿੱਖਿਆ ਵੀ ਮਿਲੀ ਹੈ ਕਿ ਸਾਨੂੰ ਵੀ ਆਪਣੀ ਬੁੱਧੀ ਪ੍ਰਖਰ ਕਰਨੀ ਚਾਹੀਦੀ ਹੈ। ਬੁੱਧੀ ਪ੍ਰਖਰ ਕਰਨ ਦਾ ਤਰੀਕਾ ਕੀ ਹੈ ਕਿ ਸਾਨੂੰ ਕੋਈ ਚੀਜ਼ ਸਪੈਸ਼ਲ ਖਾਣ ਪੀਣ ਤੋਂ ਸਾਡੀ ਬੁੱਧੀ ਤੇਜ਼ ਹੁੰਦੀ ਹੈ? ਨਹੀਂ ਪਿਆਰੇ ਬੱਚੋ, ਜਦੋਂ ਅਸੀਂ ਸੋਚ ਵਿਚਾਰ ਕਰਦੇ ਹਾਂ ਤਾਂ ਹੀ ਸਾਡੀ ਬੁੱਧੀ ਤੇਜ਼ ਹੁੰਦੀ ਹੈ। ਮੀਨਸ ਜੇ ਅਸੀਂ ਵਿਚਾਰ ਕਰਾਂਗੇ, ਜੇ ਅਸੀਂ ਗੁੱਸਾ ਨਹੀਂ ਕਰਾਂਗੇ ਅਤੇ ਤਾਂ ਸਾਡੀ ਬੁੱਧੀ ਜੇ ਹੈ ਉਹ ਤੇਜ਼ ਹੋਵੇਗੀ। ਅਤੇ ਅਸੀਂ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਹੈ, ਗੁੱਸਾ ਪੀਣਾ ਚਾਹੀਦਾ ਹੈ ਅਤੇ ਬੁੱਧੀ ਦੇ ਬਲ 'ਤੇ ਹੀ ਮਨੁੱਖ ਜੇ ਹੈ ਉਹ ਹੇਠਾਂ ਜਾਂ ਉੱਚੇ ਖੜਾ ਹੁੰਦਾ ਹੈ। ਜਿਹਨੇ ਅੱਗੇ ਵਧਣਾ ਹੈ ਉਹ ਆਪਣੀ ਬੁੱਧੀ ਨੂੰ ਪ੍ਰਖਰ ਕਰੇਗਾ, ਤੇਜ਼ ਕਰੇਗਾ। ਅਤੇ ਹੁਣ ਅਸੀਂ ਇਹਦੇ ਨਾਲ ਹੀ ਇਸ ਦਾ ਅਭਿਆਸ ਵੀ ਕਰਾਂਗੇ। ਔਖੇ ਸ਼ਬਦਾਂ ਦੇ ਅਰਥ। ਅਚਰਜ, हैरानगी, बेसहारा, बेआसरा यानी जिसका कोई सहारा नहीं होता है, जिसका कोई आसरा देने वाला नहीं होता है। फिक्रमंद, फिक्र करन वाला। बुद्धिमान, अकलमंद। करामात, चमत्कार। तखत, राजगद्दी, सिंहासन। क्रोधवान, गुस्सेखोर, हरखी, बहुत गुस्से वाला। ਹੁਣ ਅਸੀਂ ਪੜਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਬਿਰਬਲ ਨੂੰ ਪਾਟੇ ਪੁਰਾਣੇ ਕੱਪੜਿਆਂ 'ਚ ਕੌਣ ਮਿਲਿਆ? ਪਿਆਰੇ ਬੱਚੋ, ਕੌਣ ਮਿਲਿਆ ਸੀ? ਇੱਕ ਮੁੰਡਾ ਮਿਲਿਆ ਸੀ, ਹੈ ਨਾ। ਚਲੋ ਉੱਤਰ ਪੜ੍ਹਦੇ ਹਾਂ। ਬਿਰਬਲ ਨੂੰ ਪਾਟੇ ਪੁਰਾਣੇ ਕੱਪੜਿਆਂ ਵਿੱਚ ਇੱਕ ਬੱਚਾ ਮਿਲਿਆ ਸੀ। ਦੂਜਾ ਪ੍ਰਸ਼ਨ ਹੈ, ਇੱਕ ਇੱਕ ਦਾਣਾ ਮੂੰਹ ਵਿੱਚ ਪਾਉਣ ਦਾ ਬੱਚੇ ਨੇ ਕੀ ਕਾਰਨ ਦੱਸਿਆ? ਵੀ ਮੂੰਹ 'ਚ ਉਹ ਇੱਕ ਦਾਣਾ ਪਾਇਆ ਸੀ। ਜਦੋਂ ਬਿਰਬਲ ਨੇ ਪੁੱਛਿਆ ਸੀ ਵੀ ਤੂੰ ਇੱਕ ਦਾਣਾ ਕਿਉਂ ਪਾਉਂਦਾ ਹੈ, ਮੂੰਹ 'ਚ ਸਾਰੇ ਇਕੱਠੇ ਕਿਉਂ ਨਹੀਂ ਪਾਉਂਦਾ, ਅਤੇ ਉਸ ਦੇ ਪ੍ਰਸ਼ਨ ਦੇ ਜਵਾਬ ਵਿੱਚ ਬੱਚੇ ਨੇ ਕੀ ਉੱਤਰ ਦਿੱਤਾ ਸੀ? ਇਹ ਉੱਤਰ ਦਿੱਤਾ ਸੀ ਵੀ ਜੇ ਉਹ ਸਾਰੇ ਇੱਕਦਮ ਖਾ ਲਏਗਾ ਅਤੇ ਉਹਦਾ ਟਾਈਮ ਕਿਵੇਂ ਪਾਸ ਹੋਏਗਾ, ਇਸ ਲਈ ਉਹ ਇੱਕ ਦਾਣਾ ਮੂੰਹ 'ਚ ਪਾਉਂਦਾ ਤਾਂ ਕਿ ਉਹਦਾ ਟਾਈਮ ਪਾਸ ਹੋ ਜਾਵੇ। ਇੱਕ ਦਾਣਾ ਮੂੰਹ ਵਿੱਚ ਪਾਉਣ ਦਾ ਕਾਰਨ ਦੱਸਦੇ ਹੋਏ ਬੱਚੇ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਭੁੱਖਾ ਹੈ। ਉਹ ਕਈ ਦਿਨਾਂ ਤੋਂ ਭੁੱਖਾ ਹੈ। ਉਸ ਨੂੰ ਥੋੜ੍ਹੇ ਜਿਹੇ ਛੋਲੇ ਮਿਲੇ ਹਨ। ਜੇ ਮੈਂ ਇਹਨਾਂ ਨੂੰ ਇੱਕਦਮ ਖਾ ਲਵਾਂਗਾ ਤਾਂ ਮੇਰਾ ਸਮਾਂ ਕਿਵੇਂ ਲੰਘੇਗਾ, ਹੈ ਨਾ। ਸਮਾਂ ਮਤਲਬ ਟਾਈਮ, ਲੰਘੇਗਾ मतलब पास कैसे होएगा, है ना। चलिए नेक्स्ट है प्रश्न नंबर 3। बादशाह अकबर ने बिरबल ਨੂੰ ਪਹਿਲਾ ਸਵਾਲ ਕੀ ਪੁੱਛਿਆ? ਅਕਬਰ ਨੇ ਬਿਰਬਲ ਤੋਂ ਪਹਿਲਾ ਸਵਾਲ ਕੀ ਪੁੱਛਿਆ? ਉੱਤਰ ਸੀ, ਬਾਦਸ਼ਾਹ ਅਕਬਰ ਨੇ ਬਿਰਬਲ ਨੂੰ ਪਹਿਲਾ ਸਵਾਲ ਪੁੱਛਿਆ ਕਿ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਕੀ है ना बच्चों। यही पूछा था ना, संसार की सब तो बड़ी वस्तु की है, ये पूछा था। तो इसका क्या उत्तर है? संसार की सब तो बड़ी वस्तु बुद्धि, भाव, अकल है। संसार के ਵੱਡੇ ਤੋਂ ਵੱਡੇ ਕੰਮ बुद्धि नाल ही ਹੁੰਦੇ ਹਨ। प्रश्न नंबर 5 है, बुद्धि की खांदी ਅਤੇ की पींदी है? बुद्धि चिंता खांदी है ਅਤੇ क्रोध पींदी है ना। ਇਸ ਦਾ ਮਤਲਬ ਹੈ ਕਿ ਜੋ ਵਿਅਕਤੀ ਚਿੰਤਾ ਕਰਦਾ ਹੈ ਉਹ ਤੇਜ਼ ਬੁੱਧੀ ਹੁੰਦਾ ਹੈ। ਜਿਹੜਾ ਗੁੱਸਾ ਪੀ ਜਾਂਦਾ ਹੈ, ਗੁੱਸਾ ਨਹੀਂ ਕਰਦਾ, ਉਹ ਬੱਚਾ ਬੁੱਧੀਮਾਨ ਹੁੰਦਾ ਹੈ।
ਇਹ ਤੇ ਸੀ ਤੁਸੀਂ ਪੜ੍ਹਿਆ ਅੱਜ ਦੇ ਪ੍ਰਸ਼ਨ ਉੱਤਰ। ਹੁਣ ਅਸੀਂ ਪੜ੍ਹਾਂਗੇ ਅਗਲਾ ਪੇਜ ਨੰਬਰ 10 ਤੇ ਖਾਲੀ ਥਾਵਾਂ ਭਰੋ। ਇੱਕ ਦਿਨ ਬਿਰਬਲ ਆਪਣੇ ਡੈਸ਼ ਜਾ ਰਿਹਾ ਸੀ। ਇਸ ਡੈਸ਼ ਵਿੱਚ ਕੀ ਆਏਗਾ? ਬਿਰਬਲ ਆਪਣੇ ਘਰ ਜਾ ਰਿਹਾ ਸੀ। ਬੇਸਹਾਰਾ ਬੱਚੇ ਦਾ ਡੈਸ਼ ਉੱਤਰ ਸੁਣ ਕੇ ਬਿਰਬਲ ਬਹੁਤ ਡੈਸ਼ ਹੋਇਆ। बेसहारा बच्चे दा बुद्धिपूर्ण मतलब बुद्धि से युक्त बुद्धिमती का उत्तर सुन के बिरबल बहुत खुश होया। है ना, क्या प्रश्न था? बिरबल ने क्या पूछा था कि एक एक दाना मूछ क्यों पांदा है। बुद्धि प्रश्न नंबर 3 है, बुद्धिमान मनुष्य ही डैश पी सकता है। क्या पी सकता है बुद्धिमान बालक? बुद्धिमान मनुष्य क्रोध पी सकता है। की पी सकता है? क्रोध यानी गुस्सा पी सकता है। सस्सा हैगा है खालिस्तान बालक दी डैश ते बादशाह बहुत खुश होया। बालक दी तेज बुद्धि, ਇਹਦੇ ਵਿੱਚ ਕੀ ਆਏਗਾ? ਬਾਲਕ ਦੀ ਤੇਜ਼ ਬੁੱਧੀ ਤੇ बादशाह बहुत खुश होया। नेक्स्ट है प्रश्न नंबर 4, हेठ लिखे शब्दों के अर्थ दस के वाक बनाओ। ये शब्द दिते गए ने, इन्हां दे अर्थ दसने ने, पर इत्थे दे अर्थ नहीं दसे गए ने। इत्थे वाकां विच वरते गए ने अचरज। अचरज मतलब हैरानी। बिरबल ने बड़े अचरज नाल बच्चे नूं सवाल पुछया। ठीक है। दूजा है बेसहारा मतलब बेआसरा। ये हमारे जो डिफ़िकल्ट वर्ड्स हैं उनमें है ये, है ना। सानू बेसहारा लोगों की मदद करनी चाहिए है, यानी जिनका कोई सहारा नहीं होता ऐसे लोगों की हमें हेल्प करनी चाहिए। तीजा है फ़िक्रमंद। फ़िक्रमंद मतलब चिंता वाला, जिसको फ़िक्र होती है। बच्चे ने पिता नू पूछया, आप फ़िक्रमंद क्यों हो, है ना। अगे बुद्धिमान यानी अकलमंद। बच्चा बहुत बुद्धिमान सी। करामात यानी चमत्कार। पल्लां विच ही राजा तो रंग बना देना बुद्धि दी चमत्कार, बुद्धि दी करामात है। भी एक पल में ही राजा जिहड़ा है वो रंग यानी गरीब हो जाता है। जिवें मुंडे ने अकबर नूं कहा सी, तुसीं अपने सिंघासन तो उठ के हेठां आ जाओ ते मैनू अपनी थां ते बिठाओ। ये बुद्धि दी ही करामात सी, चमत्कार सी। क्रोधवान यानी बहुत गुस्सा करना। निर्बुद्धि बिना बुद्धि वाला व्यक्ति, है ना। गल गल ते क्रोधवान हो जाता है। तो इस तरह जी बच्चों तुहाडा ये चौथा प्रश्न भी होया, जिन्हां विच तुहानूं अर्थ दस के वाक बनाउणे सी। अगला है अध्यापक वालों बच्चियां ने दे ग्रुप बना के चर्चा करो। 5 सवाल, 5 सवालों के उत्तरों की मनुखी जिंदगी ते अहमियत कोई होर लोक कथा ते चर्चा करनी, है ना। कथावां ते बहुत सारिया ने, पर ये कथा जिहड़ी है बुद्धिमान बालक, ये सानू बहुत चंगी लगी है क्योंकि ये बच्चों के अनुरूप है। इस तो बच्चों को सिक्ख्या मिलती है भी असी उन्हों की भी बुद्धि प्रखर होनी चाहिए तो वो अपनी बुद्धि को प्रखर किवें करन। ज़्यादातर बच्चों को पता ही नहीं होंदा भी बुद्धि किवें तेज होएगी। वो यही सोचते रहते भी वो बच्चा दूजा बच्चा होशियार है तो उन्होंने ज़्यादा आंदा है, मैनू आंदा नहीं। पर उन्होंने यह नहीं पता होंदा भी वो किवें होशियार बनिया, है ना। जिहड़ा कोई चिंता करता, चिंता मीनस जिहड़ा बार बार अभ्यास करता है, चिंतन करता है। चिंता का मतलब है चिंतन, विचार करता है। जे तुसी अपने पाठ की बार बार चिंतन करोगे, अज जिहड़ा पाठ तुसी हुण सुनिया वीडियो चों, जे उहदा चिंतन करोगे तुसी उठते बैठते तो तुहानूं पाठ जो है अज ही याद हो जाएगा, फिर कदे भी नहीं भुलेगा। तो प्यारे बच्चों, मैनूं उम्मीद है तुसी ये पाठ बड़ी चंगी तरह समझ गए होने। हैव अ नाइस डे।